किसान मजदूर एकता जिंदाबाद। ਸਿਟੀ ਹੋਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਜੇਸ਼ ਮਹਿਰਾ। ਅੱਜ ਅਸੀਂ ਖੜੇ ਹਾਂ ਲੁਧਿਆਣਾ ਦੇ ਟੋਲ ਪਲਾਜ਼ਾ ਦੇ ਉੱਤੇ, ਜਿੱਥੇ ਕਿਸਾਨ ਯੂਨੀਅਨ ਦੇ ਵਿੱਚ ਬਹੁਤ ਅੱਜ ਖੁਸ਼ੀ ਦੇਖੀ ਜਾ ਰਹੀ ਹੈ। ਕਿਉਂ ਨਾ ਹੋਵੇ, ਕਿਉਂਕਿ 1 ਸਾਲ ਹੋ ਗਿਆ ਕਿਸਾਨਾਂ ਨੂੰ ਦਿੱਲੀ ਦੇ ਬਰੂਹਾਂ ਤੇ ਅੰਦੋਲਨ ਕਰਦਿਆਂ। ਚਾਹੇ 19 ਤਰੀਕ ਨੂੰ ਪ੍ਰਧਾਨ ਮੰਤਰੀ ਨੇ ਕਹਿ ਦਿੱਤਾ ਸੀ ਵੀ ਖੇਤੀ ਕਾਨੂੰਨ ਤੁਹਾਡੇ ਵਾਪਸ ਲੈ ਲਿੱਤੇ ਗਏ ਨੇ, ਪਰ ਹਜੇ ਵੀ ਕਿਸਾਨ ਅੰਦੋਲਨ ਆਪਣਾ ਖਤਮ ਨਹੀਂ ਕਰਨ ਨੂੰ ਦੇਖ ਰਿਹਾ ਸੀ, ਕਿਉਂਕਿ ਅਜੇ ਕਹਿੰਦਾ ਵੀ ਮੈਂ ਜਦ ਤੱਕ ਸਾਡੇ ਲੋਕ ਸਭਾ 'ਚ, ਰਾਜ ਸਭਾ 'ਚ ਤੇ ਰਾਸ਼ਟਰਪਤੀ ਦੇ ਜਦ ਤੱਕ ਸਿਗਨੇਚਰ ਨਹੀਂ ਹੁੰਦੇ, ਤਦ ਤੱਕ ਅਸੀਂ ਇਹ ਕਾਨੂੰਨ ਨੂੰ ਵਾਪਸ ਮੰਨਿਆ ਨਹੀਂ ਮੰਨਾਂਗੇ। ਹੁਣ ਅੱਜ ਲੋਕ ਸਭਾ ਦੇ ਵਿੱਚ ਵੀ ਤੇ ਰਾਜ ਸਭਾ ਦੇ ਵਿੱਚ ਵੀ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਇਸ ਬਿੱਲ ਨੂੰ ਦੁਬਾਰਾ ਰਿਪੀਲ ਕੀਤਾ, ਟੇਬਲ ਤੇ ਲਿਆਂਦਾ ਔਰ ਦੁਬਾਰਾ ਲੋਕ ਸਭਾ ਦੇ ਵਿੱਚ ਚਾਹੇ ਹੰਗਾਮੇ 'ਚ ਬਿੱਲ ਦੁਬਾਰਾ ਵਾਪਸ ਹੋ ਗਿਆ। ਆਓ ਗੱਲ ਕਰਦੇ ਹਾਂ। ਸਾਡੇ ਕੋਲ ਖੜੇ ਨੇ ਫਲੋਰ ਟੋਲ ਪਲਾਜ਼ਾ ਤੇ ਬਹੁਤ ਸਾਰੇ ਕਿਸਾਨ ਭਾਈ, ਉਹਨਾਂ ਨਾਲ ਗੱਲ ਕਰਦੇ ਆ ਕਿਸ ਤਰ੍ਹਾਂ ਦੀ ਅੱਜ ਉਹਨਾਂ ਨੂੰ ਖੁਸ਼ੀ ਮਹਿਸੂਸ ਹੋ ਰਹੀ ਆ। ਹਾਂਜੀ, ਸਾਡੇ ਨਾਲ ਖੜੇ ਨੇ ਸਵਰਨ ਜੀ, ਬਹੁਤ ਬਹੁਤ ਤੁਹਾਡਾ ਸਵਾਗਤ ਆ ਜੀ। ਤੁਸੀਂ ਤੁਹਾਡਾ ਅੰਦੋਲਨ ਜਿਹੜਾ ਸਫਲ ਹੋਇਆ, ਤੁਹਾਡੀ ਜਿੱਤ ਹੋਈ, ਖਾਸ ਕਰਕੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਜਿਹੜੇ ਤੁਸੀਂ ਕਹਿੰਦੇ ਸੀ ਉਹ ਅੜੀਅਲ ਨੇ, ਉਹ ਵਾਪਸ ਨਹੀਂ ਹੋਣਗੇ। ਆਖਰਕਾਰ ਉਹਨਾਂ ਨੇ ਆਪਣਾ ਜਿਹੜਾ ਹੈ ਤੁਹਾਡੇ ਕੋਲ ਮਾਫੀ ਮੰਗ ਕੇ ਇਹ ਜਿਹੜਾ ਬਿੱਲ ਵਾਪਸ ਲਿਆ। ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹੁੰਦਾ ਤੁਹਾਡੇ ਚੈਨਲ ਰਾਹੀਂ ਸਾਰੇ ਲੋਕਾਂ ਨੂੰ ਵਧਾਈ ਦੇਣਾ ਚਾਹੁੰਦਾ, ਕਿਉਂਕਿ ਜਿਹੜਾ ਮੋਦੀ ਕਹਿੰਦਾ ਸੀ ਕਿ ਮੇਰੇ ਇਹ ਕਾਨੂੰਨ ਜਿਹੜੇ ਲੋਕਾਂ ਦੇ ਫਾਇਦੇ ਦੇ ਵਿੱਚ ਹੈ, ਕਿਸਾਨ ਦੇ ਫਾਇਦੇ ਦੇ ਵਿੱਚ ਹੈ, ਲੇਕਿਨ ਉਹਨੂੰ ਆਪਣੇ ਤੌਰ ਤੇ ਹੀ ਇਹ ਕਹਿਣਾ ਪਿਆ ਕਿ ਮੈਂ ਵਾਪਸ ਲੈ ਰਿਹਾ। ਔਰ ਨਾਲ ਇੱਕ ਕੁਝ ਉੱਦਾਂ ਦੀਆਂ ਗੱਲਾਂ ਵੀ ਜਿਹੜੀਆਂ ਟੇਢੀਆਂ ਵੀ ਕੀਤੀਆਂ, ਜਿਹੜਾ ਕਹਿੰਦਾ ਵੀ ਮੈਂ ਕਿਸਾਨਾਂ ਦੇ ਕਾਨੂੰਨ ਹੱਕ 'ਚ ਲੈ ਰਿਹਾ, ਲੇਕਿਨ ਮੇਰੀ ਤਪੱਸਿਆ ਪੂਰੀ ਨਹੀਂ ਹੋਈ, ਕਿਉਂਕਿ ਕਿਸਾਨਾਂ ਦੇ ਹੱਕ 'ਚ ਤਪੱਸਿਆ ਕਰਕੇ ਹੱਕ ਜਾਣਾ ਚਾਹੁੰਦਾ। ਪਰ ਨਾਲੋਂ ਇਹ ਗੱਲ ਕਹਿੰਦਾ ਵੀ ਕੁਝ ਕਿਸਾਨਾਂ ਨੂੰ, ਸਾਰੇ ਕਿਸਾਨ ਤਾਂ ਸਾਡੇ ਹੱਕ 'ਚ, ਕਾਨੂੰਨ ਦੇ ਹੱਕ 'ਚ, ਲੇਕਿਨ ਕੁਝ ਕਿਸਾਨਾਂ ਨੂੰ ਅਸੀਂ ਸਮਝਾ ਨਹੀਂ ਸਕੇ, ਸਾਡੀ ਤਪੱਸਿਆ ਪੂਰੀ ਨਹੀਂ ਹੋਈ। ਲੇਕਿਨ ਅਸੀਂ ਸਮਝਦੇ ਹਾਂ ਵੀ ਉਹ ਦਰਅਸਲ ਸਾਨੂੰ ਨਹੀਂ ਸਮਝਾ ਰਿਹਾ, ਉਹ ਕਾਰਪੋਰੇਟ ਘਰਾਣਿਆਂ ਨੂੰ ਸਮਝਾ ਰਿਹਾ ਵੀ ਦਰਅਸਲ ਕਿਸਾਨਾਂ ਨੇ ਜਿਹੜੀ ਮੈਂ ਤੁਹਾਡੀ ਸੇਵਾ ਕਰਨੀ ਚਾਹੁੰਦਾ ਸੀ, ਉਹ ਮੇਰੀ ਤੁਹਾਡੀ ਸੇਵਾ ਕਿਸਾਨਾਂ ਨੇ ਨਹੀਂ ਹੋਣ ਦਿੱਤੀ। ਇਸ ਕਰਕੇ ਉਹ ਤਪੱਸਿਆ ਜਿਹੜੀ ਹੈ ਉਹਨਾਂ ਦੀ, ਇਸ ਕਰਕੇ ਅੱਜ ਜਿਹੜੇ ਕਾਨੂੰਨ ਆਪਣੇ ਲੋਕ ਸਭਾ ਦੇ ਵਿੱਚ ਔਰ ਰਾਜ ਸਭਾ ਦੇ ਵਿੱਚ ਪਾਸ ਹੋਏ ਆ, ਉਹਦੀ ਅਸੀਂ ਸਾਰੇ ਕਿਸਾਨ ਜਿਹੜੇ ਆ ਖੁਸ਼ੀ ਮਨਾਉਂਦੇ ਆ, ਉਹਦੀ ਵਧਾਈ ਹਰ ਕਿਸੇ ਨੂੰ ਦਿੰਦੇ ਆ। ਔਰ ਮੋਦੀ ਦੇ ਉੱਤੇ ਇਹ ਅਸੀਂ ਸਮਝਦੇ ਕਿ ਮੋਦੀ ਸਾਹਿਬ ਇਹ 3 ਕਾਨੂੰਨ ਵਾਪਸ ਹੋਏ, ਉਸ ਤੋਂ ਬਾਅਦ ਜਿਹੜਾ ਅਗਲਾ ਮਸਲਾ ਸਾਡਾ MSP ਦਾ, ਉਹਨੂੰ ਵੀ ਕਾਨੂੰਨੀ ਰੰਗ ਦਿਓ, ਉਹਨੂੰ ਵੀ ਕਾਨੂੰਨੀ ਤੌਰ ਤੇ ਪਾਸ ਕਰੋ, ਤਾਂ ਸਾਡੇ ਜਿਹੜੇ ਆ ਪੂਰੇ ਹੱਕ ਹੋਣੇ। ਉਸ ਤੋਂ ਬਾਅਦ ਅਗਲੀ ਜਿਹੜੀ ਹੈ ਤੁਹਾਡੇ ਜਿਹੜਾ ਬਿਜਲੀ ਸੋਧ ਬਿੱਲ ਹੈ, ਉਹ ਵੀ ਅਸੀਂ ਰੱਦ ਕਰਾਉਣਾ, ਕਿਉਂਕਿ ਉਹ ਬੜਾ ਖਤਰਨਾਕ ਹੈ। ਬਿਜਲੀ ਸੋਧ ਬਿੱਲ ਪਰਾਲੀ ਵਾਲੀ ਜਿਹੜੀ ਆ ਉਹ ਤੁਸੀਂ ਖਤਮ ਕਰ ਹੀ ਦੇਣੀ ਆ। ਉਸ ਤੋਂ ਬਾਅਦ ਜਿਹੜੇ ਸਾਡੇ ਸ਼ਹੀਦ ਹੋਏ ਆ ਕਿਸਾਨ, ਉਹਨਾਂ ਦਾ ਮੁਆਵਜ਼ੇ ਦੀ ਸਾਡੀ ਮੰਗ ਹੈ। ਉਹਦੇ ਬਾਅਦ ਜਿਹੜੇ ਲੋਕਾਂ ਦੇ ਉੱਤੇ ਮੁਕੱਦਮੇ ਚੱਲ ਰਹੇ ਆ, ਉਹਦੇ ਜਿਹੜੇ ਵਾਪਸ ਲੈਣ ਦਾ ਮਸਲਾ। ਉਸ ਤੋਂ ਬਾਅਦ ਜਿਹੜਾ ਲਖੀਮਪੁਰ ਖੇਰੀ ਦੇ ਵਿੱਚ ਜਿਹੜਾ ਕਾਂਡ ਹੋਇਆ, ਔਰ ਕਾਂਡ ਵਾਪਰਾਉਣ ਵਾਲੇ ਜਿਹੜੇ ਤੁਹਾਡੇ ਕੋਲ ਜਿਹੜਾ ਤੁਹਾਡਾ ਡਿਪਟੀ ਹੋਮ ਮਿਨਿਸਟਰ ਹੈ, ਅਸੀਂ ਕਹਿੰਦੇ ਵੀ ਉਹਦਾ ਵੀ ਅਸਤੀਫਾ ਚਾਹੀਦਾ, ਉਹਨੂੰ ਵੀ ਘਰ ਨੂੰ ਤੋਰਿਆ ਜਾਏ, ਤਾਂ ਸਾਡੀ ਤਸੱਲੀ ਹੋਣੀ ਹੈ। ਨਹੀਂ ਤਾਂ ਸਾਡਾ ਅੰਦੋਲਨ ਰੂਪ ਕੋਈ ਵੀ ਹੋਵੇ, ਸਾਡਾ ਅੰਦੋਲਨ ਚੱਲਦਾ ਰਹਿਣਾ। ਬਿਲਕੁਲ, ਤੁਹਾਡਾ ਅੰਦੋਲਨ ਚੱਲ ਰਿਹਾ। ਹਜੇ ਤੱਕ ਤੁਸੀਂ ਬੈਠੇ ਹੋ ਸਿੰਘੂ ਬਾਰਡਰ ਤੇ, ਦੋਨਾਂ ਬਾਰਡਰਾਂ ਦੇ ਉੱਤੇ। ਤੇ ਮੈਂ ਗੱਲ ਕਰਦਾ, ਸਾਡੇ ਨਾਲ ਜੁੜੇ ਨੇ ਕਿਸਾਨ ਆਗੂ ਪ੍ਰਿਤਪਾਲ ਜੀ। ਪ੍ਰਿਤਪਾਲ ਜੀ, ਕੀ ਕਹਿਣਾ ਚਾਹੋਗੇ ਜਿਸ ਤਰੀਕੇ ਨਾਲ ਅੱਜ ਤੁਹਾਡੀ ਜਿੱਤ ਹੋਈ ਹੈ ਕਿਸਾਨਾਂ ਦੀ? ਕੀ ਕਹਿਣਾ ਚਾਹੋਗੇ? ਜਿੱਤ ਜਿਹੜੀ ਹੈ ਜੀ ਸਮੁੱਚੇ ਭਾਰਤ ਵਰਸ਼ ਦੇ ਲੋਕਾਂ ਦੀ ਹੋਈ ਆ, ਕਿਉਂਕਿ ਅੱਜ ਦਾ ਜਿਹੜਾ ਦਿਨ ਆ, ਇੱਕ ਆਜ਼ਾਦ ਭਾਰਤ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡਾ ਦਿਨ ਆ, ਜਦੋਂ ਕਿ ਇੱਕ ਬਹੁਤ ਵੱਡੇ ਸ਼ਾਂਤਮਈ ਅੰਦੋਲਨ ਤੋਂ ਬਾਅਦ ਜਿਨ੍ਹਾਂ ਦੀ ਅਗਵਾਈ ਸਾਡੀਆਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਪਲੱਸ ਹੋਰ ਪੰਜਾਬ, ਹਰਿਆਣਾ, ਹਿਮਾਚਲ, यूपी, राजस्थान, हर एक जगह तो
ਜਿਹੜੇ ਸੀ ਇਹਦੇ ਸਮਰਥਕ ਸੀਗੇ, ਉਹਨਾਂ ਦੇ ਸਮਰਥਨ ਦੇ ਨਾਲ ਅੱਜ ਇਹ ਜਿਹੜੀ ਕਾਮਯਾਬੀ ਮਿਲੀ ਆ ਕਿ ਜਿਹੜੇ ਲੋਕ ਸਭਾ ਔਰ ਰਾਜ ਸਭਾ ਦੇ ਵਿੱਚ ਦੋਵੇਂ ਹੀ ਇਹ ਕਾਨੂੰਨ ਖੇਤੀ ਵਿਰੋਧੀ ਜਿਹੜੇ ਕਾਨੂੰਨ ਬਣੇ ਸੀਗੇ, ਕਾਲੇ ਕਾਨੂੰਨ ਜਿਨ੍ਹਾਂ ਨੂੰ ਅਸੀਂ ਮਤਲਬ ਕਿਸਾਨ ਕਹਿੰਦੇ ਸੀ, ਮਜ਼ਦੂਰ ਕਹਿੰਦੇ ਸੀ, ਜੋ ਕਿ ਜਨ ਅੰਦੋਲਨ ਬਣ ਗਿਆ ਸੀ, ਘਰ ਘਰ ਦੇ ਤੱਕ ਇਹ ਅੰਦੋਲਨ ਨੇ ਮਤਲਬ ਪਹੁੰਚ ਕੀਤੀ, ਅਪਰੋਚ ਕੀਤੀ। ਉਹਦਾ ਕਰਕੇ ਸੀ ਇਸ ਸਰਕਾਰ ਨੂੰ ਜਿਹੜੀ ਕਿ ਕਹਿੰਦੇ ਸੀ ਵੀ ਕਦੀ ਪਿੱਛੇ ਪੈਰ ਨਹੀਂ ਕਰਦਾ ਇਸ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਸਾਹਿਬ, ਉਹਨੂੰ ਸਾਰਾ ਕੁਝ ਪਿੱਛੇ ਹਟ ਕੇ ਕਰਨਾ ਪਿਆ। ਔਰ ਮੈਂ ਸਮਝਦਾ ਵੀ ਇਹ ਜਿਹੜਾ ਸਮੁੱਚਾ ਸੰਯੁਕਤ ਕਿਸਾਨ ਮੋਰਚਾ, ਉਹਦੀ ਜਿੰਨੀ ਵੀ ਲੀਡਰਸ਼ਿਪ ਆ ਉਹਨੂੰ ਇੱਕ ਕ੍ਰੈਡਿਟ ਦੇਣਾ ਬਣਦਾ। ਦੂਜੇ ਕਤਾਰ ਦੇ, ਤੀਜੇ ਕਤਾਰ ਦੇ ਜਿੰਨੇ ਵੀ ਲੀਡਰ ਜਿੱਥੇ ਜਿੱਥੇ ਵੀ ਕਿਸੇ ਦੀ ਕੋਈ ਡਿਊਟੀ ਲੱਗੀ ਸੀ ਉਹਨੇ ਬਾਖੂਬੀ ਨਿਭਾਈ। ਔਰ ਆਮ ਪਬਲਿਕ ਨੇ, ਆਮ ਜਨ ਲੋਕਾਂ ਨੇ ਇਸ ਮਤਲਬ ਅੰਦੋਲਨ ਦਾ ਇੰਨਾ ਕੁ ਸਮਰਥਨ ਦਿੱਤਾ ਕਿ ਕਹਿੰਦੇ ਆ ਵੀ ਇਹਦਾ ਕੋਈ ਅਸਰ ਨਹੀਂਗਾ। ਸਾਡੇ ਗੁਆਂਢ ਵਿੱਚ ਇੱਕ ਸਟੇਟ ਆਪਣੇ ਨਾਲ ਲੱਗਦੀ ਹੋਈ ਹਿਮਾਚਲ, ਜਿਹਨੂੰ ਦੇਵ ਭੂਮੀ ਕਿਹਾ ਗਿਆ, ਜਿੱਥੇ ਨਾ ਕੋਈ ਕਿਸਾਨ ਆ, ਬਹੁਤ ਵੱਡਾ ਜ਼ਿਮੀਂਦਾਰ ਹੈ ਜਿਹੜਾ ਕੋਈ ਫਸਲ ਬੀਜਦਾ ਹੋਵੇ, ਕਣਕ ਬੀਜਦਾ ਹੋਵੇ, ਝੋਨਾ ਬੀਜਦਾ ਹੋਵੇ, ਮੱਕੀ ਬੀਜਦਾ ਹੋਵੇ, ਥੋੜ੍ਹਾ ਜਿਹਾ ਚਲੋ ਬਾਗਬਾਨੀ ਉੱਥੇ ਹੈਗੀ ਆ। ਉੱਥੇ ਜਿਹੜੀ ਇਹਨਾਂ ਨੂੰ ਮਾਰ ਪਈ ਪਿਛਲੇ ਦਿਨਾਂ ਵਿੱਚ, ਉੱਥੋਂ ਇਹਨਾਂ ਨੂੰ ਬਿਲਕੁਲ ਚਾਨਣ ਹੋ ਗਿਆ ਵੀ ਆਉਣ ਵਾਲੇ ਦਿਨਾਂ ਦੇ ਜਿਹੜੇ ਸਾਡੇ ਬੜੇ ਮਾੜੇ ਨੇ ਬੀਜੇਪੀ ਨੂੰ, ਉਹ ਸਾਰਾ ਪ੍ਰੈਸ਼ਰ ਜਿਹੜਾ ਮੈਂ ਸਮਝਦਾ ਸਭ ਨੂੰ ਵੱਡਾ ਜਿਹੜਾ ਇਹਨਾਂ ਨੂੰ ਸੈਟਬੈਕ ਵੱਜੀ ਆ ਸਾਡੇ ਇਹਦੇ ਗੁਆਂਢੀ ਸੂਬੇ ਤੋਂ, ਉਹਦਾ ਕਰਕੇ ਇਹਨਾਂ ਨੂੰ ਕਰਨੇ ਕਹੇ ਕਿ ਉੱਥੇ ਨਾ ਕੋਈ ਕ੍ਰਿਸਚਨ ਆ, ਨਾ ਕੋਈ ਸਿੱਖ ਕਮਿਊਨਿਟੀ ਇੰਨੀ ਆ, ਨਾ ਮੁਹੰਮਦਨ ਕਮਿਊਨਿਟੀ ਇੰਨੀ ਆ, ਸਾਰਾ ਹੀ ਸਾਡਾ ਹਿੰਦੂ ਸਮਾਜ, ਸਤਿਕਾਰਯੋਗ ਸਮਾਜ ਜਿਹੜਾ ਆ ਸਾਰਾ ਹੀ ਉਹ ਹਿਮਾਚਲ ਦੇ ਵਿੱਚ ਆ। ਔਰ ਉਹਨਾਂ ਨੇ ਇਹਨਾਂ ਨੂੰ ਨਕਾਰ ਦਿੱਤਾ, ਜਿਨ੍ਹਾਂ ਨੂੰ ਇਹ ਹਮੇਸ਼ਾ ਹੀ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰਦੇ ਰਹੇ। ਦੂਜੀ ਗੱਲ ਆਪਾਂ ਜੇ ਯੂਪੀ ਦੀ ਕਰੀਏ, ਉੱਥੇ 85% ਜਿਹੜਾ ਆ ਹਿੰਦੂ ਕਿਸਾਨ ਆ, ਜਿਹੜਾ 15% ਕਿਸਾਨ ਆ ਛੋਟਾ ਉਹ ਸਿੱਖ ਆ ਜਾਂ ਮੁਸਲਮਾਨ ਆ, ਔਰ 85% ਜਿਹੜਾ ਹਿੰਦੂ ਮਤਲਬ ਉੱਥੇ ਸਾਡਾ ਵੀਰ ਕਿਸਾਨ ਆ, ਮਜ਼ਦੂਰ ਆ, ਉਹਨਾਂ ਦੀ ਇੰਨੀ ਕੁ ਲੁੱਟ ਹੋ ਰਹੀ ਆ ਵੀ ਪਿਛਲੇ ਦਿਨਾਂ ਵਿੱਚ ਸਾਡੀ ਕੁਝ ਜ਼ਮੀਨ ਉੱਥੇ ਵੀ ਹੈਗੀ ਆ, ਉੱਥੇ 1050 ਨੂੰ ਇਹੋ ਹੀ ਅਸੀਂ ਝੋਨਾ ਵੇਚ ਕੇ ਇੱਥੇ ਅਸੀਂ 1960 ਨੂੰ ਵੇਚ ਰਹੇ ਆ। ਨਾਲ ਨਾਲ ਸਾਡੀ ਪੇਮੈਂਟ ਹੋ ਰਹੀ ਆ, ਉਹ ਪੇਮੈਂਟ ਵੀ 3 ਮਹੀਨੇ ਬਾਅਦ ਹੋਣੀ ਆ। ਸਭ ਨੂੰ ਜ਼ਿਆਦਾ ਮਤਲਬ ਮੂਰਖ ਬਣਾਇਆ ਜਾ ਰਿਹਾ ਸਾਡੇ ਸਤਿਕਾਰਯੋਗ ਹਿੰਦੂ ਸਮਾਜ ਨੂੰ, ਵੰਡ ਕੇ ਮੰਡੀਆਂ ਪਾ ਕੇ। ਜਦੋਂ ਕਿ ਤੁਹਾਨੂੰ ਦੱਸਿਆ ਵੀ 85% ਜਿਹੜਾ ਯੂਪੀ ਦਾ ਹਿੰਦੂ ਆ ਉਹ ਕਿਸਾਨ ਆ ਉੱਥੇ, ਔਰ ਸਭ ਨੂੰ ਵੱਧ ਜਿਹੜੀ ਆ ਲੁੱਟ ਖਸੁੱਟ ਉਹਦੀ ਹੋ ਰਹੀ ਆ। ਇਹ ਮਤਲਬ ਕਹਿ ਲਓ ਵੀ ਹਾਥੀ ਦੇ ਦੰਦ ਖਾਣ ਨੂੰ ਹੋਰ, ਵਿਖਾਉਣ ਨੂੰ ਹੋਰ ਕਹਿੰਦੇ ਹੁੰਦੇ ਆ ਵੀ ਉਹੀ ਗੱਲ ਹੈ ਬਿਲਕੁਲ ਯੂਪੀ ਵਿੱਚ। ਇਹ ਕਿਸੇ ਦੇ ਸਕੇ ਨਹੀਂ ਗੇ, ਸਰਕਾਰ ਮੋਦੀ ਸਾਹਿਬ ਕਿਸੇ ਦੇ ਸਕੇ ਨਹੀਂ ਗੇ। ਇਹ ਸਾਡੇ ਸਮਾਜ ਦੇ ਵਿੱਚ ਮੰਡੀਆਂ ਪਾ ਕੇ ਆਪਣੀ ਜਿਹੜੀ ਰਾਜਨੀਤਿਕ ਸੋਚ ਆ ਉਹਨੂੰ ਅੱਗੇ ਵਧਾਉਣਾ ਚਾਹੁੰਦੇ ਆ। ਟਕੈਤ ਸਾਹਿਬ ਤੋਂ ਪਹਿਲਾਂ ਜਿਹੜੇ ਹੋਏ ਆ, ਮਹਿੰਦਰ ਸਿੰਘ ਟਕੈਤ ਜਾਂ ਚੌਧਰੀ ਚਰਨ ਸਿੰਘ ਹੋਰੀ, ਸਾਰੇ ਇੱਕ ਵਾਰੀ ਕੋਈ ਗੱਲ ਹੋਈ, ਕਹਿੰਦੇ ਵੀ ਦੱਸੋ ਤੁਹਾਡੇ ਸਾਹਮਣੇ ਜੇ ਸੱਪ ਆਵੇ, ਇੱਕ ਵਾਰ ਪਾਸੇ RSS ਦਾ ਬੰਦਾ ਆ ਜੇ ਤਾਂ ਤੁਸੀਂ ਕੀ ਕਰੋਗੇ? ਕਹਿੰਦਾ ਮੈਂ ਸੱਪ ਨੂੰ ਛੱਡ ਕੇ RSS ਵਾਲੇ ਬੰਦੇ ਨਾਲ ਪਹਿਲਾਂ ਸਿੱਝੂਗਾ, ਕਿਉਂਕਿ ਜਿਹੜਾ ਸੱਪ ਦਾ ਨੁਕਸਾਨ ਆ ਸਿਰਫ ਮੈਨੂੰ ਆ, ਔਰ RSS ਬੰਦੇ ਦਾ ਜਿਹੜਾ ਨੁਕਸਾਨ ਹੈ ਪੂਰੇ ਸਮਾਜ ਨੂੰ ਆ, ਪੂਰੇ ਦੇਸ਼ ਨੂੰ ਆ, ਪੂਰੀ ਕੌਮ ਨੂੰ ਆ। ਇਸ ਕਰਕੇ ਮੈਂ ਉਹਨੂੰ ਪਹਿਲਾਂ ਸਿੱਝੂਗਾ, ਸੱਪ ਨੂੰ ਮੈਂ ਸੈਕੰਡ ਪ੍ਰੈਫਰੈਂਸ ਦੇਣਾ। ਵੀ ਮਤਲਬ ਇੰਨੀ ਜਿਹੜੀ ਹੁਣ ਤਾਂ RSS ਵੀ ਕਹਿ ਰਹੀ ਸੀ ਕਿਸਾਨੀ ਅੰਦੋਲਨ ਗਲਤ ਆ, ਉਹ ਵੀ ਤੁਹਾਡੇ ਹਮਾਇਤ 'ਚ ਆ ਗਏ ਸੀ। ਨਹੀਂ ਜੀ, ਗੱਲ ਇਸ ਤਰ੍ਹਾਂ ਆ, ਹਮਾਇਤ ਵਿੱਚ ਆਉਣ ਨਾ ਆਉਣ ਦੀ ਜਿਹੜੀ ਗੱਲ ਆ ਇਹਨੂੰ ਆਪਾਂ ਇੱਕ ਸਾਈਡ ਤੇ ਰੱਖ ਦਈਏ, ਕਿਉਂਕਿ RSS ਦਾ ਹੀ ਸਾਰਾ ਕੁਝ। ਅੱਜ ਵੀ RSS ਇੰਨਾ ਕੁ ਦਬਾਅ ਪਾ ਰਹੀ ਆ ਮੋਦੀ ਸਾਹਿਬ ਤੇ ਵੀ ਤੂੰ ਕੀ ਕੀਤਾ, ਸਾਨੂੰ ਪੁੱਛ ਲੈਣੋ, ਸਾਨੂੰ ਵਿਚਾਰ ਲੈਣੋ। ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਵਿੱਚ ਮੋਦੀ ਸਾਹਿਬ ਆਪਣੀ ਕੁਰਸੀ ਛੱਡ ਕੇ ਭੱਜਣਗੇ, ਜਿਹੜੇ ਹਾਲਾਤ ਉਹਨਾਂ ਦੇ ਬਣੇ ਹੋਏ। 2024 ਤੱਕ ਕਹਿੰਦੇ ਅਸੀਂ ਅੰਦੋਲਨ ਲਾਵਾਂਗੇ, ਜੇ ਨਹੀਂ ਮੰਨੇ ਤੇ ਇਹਦਾ ਮਤਲਬ ਇਸ ਕਰਕੇ ਲੱਗ ਰਿਹਾ ਵੀ ਆਉਣ ਵਾਲੀਆਂ ਜਿਹੜੀਆਂ ਮੰਗਾਂ ਹੋਰ ਵੀ ਰੱਖੀਆਂ ਜੇ ਨਹੀਂ ਪੂਰੀਆਂ ਕਰਨਗੇ ਤੇ ਅੰਦੋਲਨ ਚੱਲਦਾ ਰਹੇਗਾ। ਜਿਹੜੇ ਸੂਝਵਾਨ ਸਾਡੇ ਲੀਡਰ ਆ ਨਾ ਜੀ, ਜੋ ਲੋਕੀ ਸੋਚ ਨਹੀਂ ਸਕਦੇ ਵੀ ਇੱਥੋਂ ਤੱਕ ਵੀ ਸਾਨੂੰ ਯੋਗ ਅਗਵਾਈ ਦੇ ਸਕਦੇ ਆ, ਉਹਨਾਂ ਜੋ ਅਗਵਾਈ ਦਿੱਤੀ 24 ਛੱਡਿਆ, ਜੇ ਉਹ 30-35 ਤੱਕ ਇਹ ਅੰਦੋਲਨ ਚਲਾਉਣਾ ਚਾਹਵੇ ਤੇ ਜਿਹੜੀ ਯੋਗ ਅਗਵਾਈ ਉਹ ਚੱਲ ਸਕਦੀ ਹੈ, ਕੋਈ ਵੱਡੀ ਗੱਲ ਨਹੀਂ ਗੀ। ਇਸ ਕਰਕੇ ਸਾਨੂੰ ਕੋਈ ਕਿੰਤੂ ਪਰੰਤੂ ਨਹੀਂ ਵੀ ਅੰਦੋਲਨ ਲੰਬਾ ਵੀ ਹੋ ਜਾਏ ਤਾਂ ਵੀ ਕੋਈ ਗੱਲ ਨਹੀਂ ਗੀ ਇਸ ਤਰ੍ਹਾਂ ਦੀ, ਕਿਉਂਕਿ ਇਹਦੇ ਨਾਲ ਅੰਦੋਲਨ ਦੇ ਘੱਟੋ ਘੱਟ ਦੇਸ਼ ਦੀ 82 ਕਰੋੜ ਆਬਾਦੀ ਜੁੜੀ ਹੋਈ ਆ, ਡਾਇਰੈਕਟ ਇਨਡਾਇਰੈਕਟ 82 ਕਰੋੜ, ਬਹੁਤ ਵੱਡਾ ਪਾਰਟ ਜੁੜਿਆ ਹੋਇਆ। ਇਸ ਕਰਕੇ ਇਸ ਅੰਦੋਲਨ ਨੂੰ ਕਿਸੇ ਪਾਸਿਓਂ ਵੀ ਆਪਾਂ ਇਹਨੂੰ ਕਮਜ਼ੋਰ ਨਹੀਂ ਗਿਣ ਸਕਦੇ। ਸਾਡੀ ਜਿਹੜੀ ਮਤਲਬ ਹੈਗੀ ਆ ਜਥੇਬੰਦੀਆਂ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ, ਜੋ ਵੀ ਉਹ ਆਰਡਰ ਕਰਨਗੀਆਂ ਉਹ 'ਤੇ ਫੁੱਲ ਚੜਾਉਣਗੇ ਲੋਕ। ਇੱਕ ਲਾਸਟ ਕੁਐਸਚਨ, ਇਸ ਅੰਦੋਲਨ ਨੂੰ ਤੁਸੀਂ ਸਮਝਦੇ ਹੋ ਕਿੰਨੇ ਲੋਕਾਂ ਦਾ, ਬਹੁਤ ਲੋਕਾਂ ਦਾ ਸੰਯੋਗ ਹੋਇਆ, ਬੜੇ ਲੋਕਾਂ ਨੇ ਯੋਗਦਾਨ ਦਿੱਤਾ, ਪਰ ਕਈ ਅਣਹੋਣੀਆਂ ਗਲਤ ਗੱਲਾਂ ਵੀ ਵਿੱਚ ਹੋ ਗਈਆਂ, ਉਹਦੇ ਕਰਕੇ ਥੋੜਾ ਢਾਹ ਲਾਉਣ ਦੀ ਵੀ ਕੋਸ਼ਿਸ਼ ਹੋਈ। ਕਿੱਦਾਂ ਦੇਖਦੇ ਹੋ ਦੋਨਾਂ ਪਾਸੇ? ਭਾਜੀ ਪਤਾ ਕੀ ਗੱਲ ਹੈ ਜੀ, ਹੁਣ ਇਹਨਾਂ ਨੂੰ ਢਾਹ ਜਿੰਨਾ ਲਾਈ, ਅਸੀਂ ਉਹਨਾਂ ਨੂੰ ਵੀ ਕਹਿੰਦੇ ਵੀ ਕੋਈ ਗੱਲ ਨਹੀਂ, ਉਹ ਵੀ ਜਿਉਂਦੇ ਵੱਸਦੇ ਰਹਿਣ, ਆਪਣੀ ਸੋਚ ਆ
ਪਰ ਜਿਹੜੀ ਮੈਜੋਰਟੀ ਨੇ ਸਾਥ ਦਿੱਤਾ। ਸੱਚ ਹਮੇਸ਼ਾ ਹੀ ਜਿੱਤਦਾ ਹੈ। ਸੱਚ ਜਿੱਤਿਆ। ਜੇ ਉਹ ਕਹਿੰਦੇ ਹੁੰਦੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜੇ ਤਾਂ ਉਹਨੂੰ ਆਪਾਂ ਭੁੱਲਿਆ ਨਹੀਂ ਕਹਿੰਦੇ। ਅੱਜ ਵੀ ਜੋ ਇਹ ਕੁਛ ਕੀਤਾ ਤਾਂ ਉਹਨੂੰ ਸਾਡੇ ਸਾਥ ਦੇਣਾ ਚਾਹੀਦਾ ਕਿਸਾਨ ਮੋਰਚੇ ਨੂੰ, ਜਿਹੜਾ ਨਹੀਂ ਵੀ ਦੇ ਸਕਿਆ, ਕਿਉਂਕਿ ਪ੍ਰਧਾਨ ਮੰਤਰੀ ਦੀ ਮਾਫੀ ਤੋਂ ਬਾਅਦ ਕੋਈ ਗੱਲ ਰਹਿ ਨਹੀਂ ਜਾਂਦੀ। ਫਿਰ ਵੀ ਕੋਈ ਹਿੰਡ ਕਰੀ ਜਾਵੇ ਉਹਦੀ ਬੇਵਕੂਫੀ ਆ। ਜਦੋਂ ਪ੍ਰਧਾਨ ਮੰਤਰੀ ਨੇ ਮਾਫੀ ਮੰਗ ਲਈ, ਪੂਰੇ ਦੇਸ਼ ਤੋਂ ਮੰਗੀ ਆ ਵੀ ਸਾਡੇ ਕੋਈ ਗਲਤ ਹੋਇਆ, ਗਲਤੀ ਦੀ ਮਾਫੀ ਮੰਗਦਾ, ਕੋਈ ਉੱਦਾਂ ਤਾਂ ਮੰਗਦਾ ਨਹੀਂ। ਇਸ ਕਰਕੇ ਇਹੋ ਜਿਹੀ ਕੋਈ ਗੱਲ ਨਹੀਂ, ਕੜੱਤਣ ਨਹੀਂ ਰਹਿਣੀ ਚਾਹੀਦੀ ਸਮਾਜ ਵਿੱਚ। ਸਾਰਿਆਂ ਨੇ ਅਸੀਂ ਰਲ ਕੇ ਇਸ ਅੰਦੋਲਨ ਨੂੰ ਸਿਰੇ ਚੜਾਇਆ ਆ। ਉੱਥੇ ਕੋਈ ਜਾਤੀ ਪਾਤੀ ਨਹੀਂ। ਮੈਂ ਤਾਂ ਵੇਖ ਕੇ ਹੈਰਾਨ ਸੀਗਾ ਵੀ ਹੁੱਕਾ ਵੀ ਜਿਹੜਾ ਇੱਕ ਬੈਰਿੰਗ 'ਤੇ ਘੁੰਮੀ ਜਾਂਦਾ ਹੈ ਹਰਿਆਣੇ ਦਾ। ਆਪਣੇ ਪੰਜਾਬੀ ਭਾਈ ਵੀ ਕਈ ਉਹ 'ਚ ਟੇਸਟ ਕਰਦੇ ਆ। ਜੇ ਅਸੀਂ ਤੁਹਾਡੇ ਤੋਂ ਪਹਿਲਾਂ ਗੱਲਾਂ ਕਰਦੇ ਹਾਂ, ਕੋਈ ਫਰਕ ਰਿਹਾ ਹੀ ਨਹੀਂਗਾ ਉੱਥੇ। ਇਹੋ ਜਿਹੇ ਆਂਢ ਗੁਆਂਢ ਸਾਡਾ ਇਸ ਨੇ ਮਤਲਬ ਇੱਕ ਸਮਾਜਿਕ ਸਾਂਝ ਇਹੋ ਜਿਹੀ ਪੈਦਾ ਕਰ ਦਿੱਤੀ ਆ ਦੇਸ਼ ਦੇ ਅੰਦਰ, ਜਿਹੜੀ ਕਦੀ ਸੋਚੀ ਨਹੀਂ ਜਾ ਸਕਦੀ, ਜਿਹੜੀ ਪੀੜ੍ਹੀਆਂ ਦਰ ਪੀੜ੍ਹੀ ਸਾਡੀ ਫਿਰ ਮਤਲਬ ਅੱਗੇ ਚੱਲ ਪਊਗੀ ਇਹ ਗੱਲ ਸੋਚ। ਅੱਜ ਅਸੀਂ ਮਹਾਰਾਸ਼ਟਰ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਇੱਕ ਦਿਸਦੇ ਆ। ਕੰਨਿਆ ਕੁਮਾਰੀ ਤੋਂ ਕਹਿੰਦੇ ਹੁੰਦੇ ਨਾ ਵੀ ਉਹ ਇੱਕ ਦਿਸਦੇ ਅੱਜ ਸਾਈਂ ਇਹ ਇਸ ਅੰਦੋਲਨ ਦੀ। ਬਹੁਤ ਅੱਛੀ ਗੱਲ ਤੁਸੀਂ ਕਹੀ ਆ। ਸਾਡੇ ਇਸ ਚਾਹੇ ਅੰਦੋਲਨ 'ਚ ਜਿੱਦਾਂ ਮਰਜ਼ੀ ਖੱਟਾ ਮਿੱਠਾ ਅੰਦੋਲਨ ਚੱਲਿਆ, ਜਿਹੜਾ ਹੈ ਤਜਰਬਾ ਹੋਇਆ, ਪਰ ਤੁਸੀਂ ਕਿਹਾ ਵੀ ਸਮਾਜਿਕ ਸਾਂਝ ਬਹੁਤ ਵੱਡੀ ਹੋਈ ਆ। ਇਹ ਵੀ ਬਹੁਤ ਵੱਡੀ ਗੱਲ ਹੈ। ਚਲੋ ਮੈਂ ਦੁਬਾਰਾ ਆਉਣਾ ਤੁਹਾਡੇ ਕੋਲ। ਹਾਂਜੀ, ਕੀ ਕਹਿਣਾ ਚਾਹੋਗੇ? ਕੀ ਨਾਂ ਤੁਹਾਡਾ? ਸੁਰਿੰਦਰ ਸਿੰਘ ਪਵਾਰ। ਹਾਂਜੀ, ਸੁਰਿੰਦਰ ਸਿੰਘ ਪਵਾਰ ਜੀ। ਪਵਾਰ ਜੀ, ਜਿਸ ਤਰੀਕੇ ਨਾਲ ਤੁਸੀਂ ਇਹ ਮੈਂ ਦੇਖਦਾ ਕਾਫੀ ਜਦੋਂ ਸਟਾਰਟ ਕੀਤਾ ਸੀ ਅੰਦੋਲਨ, ਇੱਥੇ ਬਹੁਤ ਵੱਡਾ ਅੰਦੋਲਨ ਹੁੰਦਾ ਸੀਗਾ। ਬਹੁਤ ਲੋਕ ਇੱਥੇ 24 ਘੰਟੇ ਲੰਗਰ ਵੀ ਚੱਲਦਾ ਸੀ। ਤੁਸੀਂ ਬਹੁਤ ਜਿਹਨੂੰ ਕਹਿੰਦੇ ਆ ਸਿੰਘੂ ਬਾਰਡਰ ਤੇ ਵੀ ਇੱਥੇ ਵੀ ਤੁਸੀਂ ਠੰਡ ਵੀ ਹਨਾਈ, ਗਰਮੀਆਂ ਵੀ ਹਨਾਈਆਂ। ਪਰ ਕਈ ਲੋਕ ਜਦੋਂ ਇਸ ਅੰਦੋਲਨ ਨੂੰ ਕੁਝ ਕਹਿੰਦੇ ਸੀ, ਆਪਣਾ ਕੋਈ ਅੰਤਕਵਾਦੀ ਕਹਿੰਦਾ ਸੀ, ਕੋਈ ਵੱਖਵਾਦੀ ਕਹਿੰਦਾ ਸੀ, ਬੜੇ ਬੜੇ ਤਰੀਕੇ ਦੇ ਤੁਹਾਨੂੰ ਨਾਂ ਦਿੱਤੇ ਗਏ। ਕੋਈ ਕਹਿੰਦਾ ਕਿਸਾਨ ਹੈ ਹੀ ਨਹੀਂ, ਕਿਸਾਨ ਤਾਂ ਆਪਣੇ ਖੇਤਾਂ 'ਚ ਕੰਮ ਕਰਦਾ, ਉਹ ਵਿਹਲਾ ਹੀ ਨਹੀਂ ਹੈਗਾ, ਉਹ ਅੰਦੋਲਨ 'ਚ ਨਹੀਂ ਆ ਸਕਦਾ। ਇਸ ਤਰੀਕੇ ਨਾਲ ਜਦੋਂ ਗੱਲਾਂ ਹੋਈਆਂ, ਤੁਹਾਡੇ ਮਨ 'ਤੇ ਉਦੋਂ ਕੀ ਬੀਤਦੀ ਸੀ? ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਜਦੋਂ ਦਾ ਇਹ ਸੰਘਰਸ਼ ਜਾਰੀ ਹੋਇਆ, ਤੁਹਾਡਾ ਜਿਹੜਾ ਚੈਨਲ ਆ ਇਹਨੇ ਟੂਲ ਪਲਾਜ਼ਾ ਤੇ ਪੰਜਾਬ ਤੇ ਬਹੁਤ ਯੋਗਦਾਨ ਪਾਇਆ ਸਾਡਾ, ਤੇ ਅਸੀਂ ਤੁਹਾਡੇ ਬਹੁਤ ঋਣੀ ਆ। ਤੇ ਦੂਜੀ ਗੱਲ ਹੈ, ਗੁਰਪੁਰਬ ਨੂੰ ਵਾਲੇ ਦਿਨ ਜੋ ਉਹਨਾਂ ਨੇ ਬਾਬੇ ਨਾਨਕ ਨੂੰ ਮੁੱਖ ਰੱਖ ਕੇ ਉਹਨਾਂ ਨੇ ਇਹ ਬਿਆਨ ਦਿੱਤਾ, ਅਸੀਂ ਇਹ ਜਿਹੜੇ ਕਾਲੇ ਕਾਨੂੰਨ ਵਾਪਸ ਲੈ ਰਹੇ ਹਾਂ। ਇਹ ਬਾਬਾ ਨਾਨਕ ਹੀ ਉਹਨਾਂ ਦੇ ਅੰਦਰ ਵਸ ਕੇ ਉਹਨਾਂ ਨੇ ਹੀ ਉਹਨਾਂ ਨੂੰ ਜਾਗਤਾ ਦਿੱਤੀ ਆ। ਉਹਨਾਂ ਤੇ ਸੀ ਉਹਨਾਂ ਨੂੰ ਕਿਹਾ ਵੀ ਅੱਜ ਦੀ ਵੀ ਘੜੀ ਦੇ ਵਿੱਚ ਵੀ ਤੁਸੀਂ ਕਹਿੰਦੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ, ਉਹ ਭੁੱਲਿਆ ਨਹੀਂ ਹੁੰਦਾ। ਅਸੀਂ ਬਾਬੇ ਨਾਨਕ ਦਾ ਬਹੁਤ ਧੰਨਵਾਦ ਕਰਦੇ ਹਾਂ। ਜਿੱਦਾਂ ਅਰਦਾਸਾਂ 20 ਰੁਪਏ ਦੇ ਲੰਗਰ ਨਾਲ ਅੱਜ ਤੱਕ ਚੱਲ ਰਿਹਾ, ਉਹ ਬਾਬਾ ਜੀ ਦਾ ਲੰਗਰ ਦੀ। ਅਤੇ ਜਿਸ ਤਰ੍ਹਾਂ ਸਾਡੇ ਦੇਸ਼ ਦੇ ਵਿੱਚ ਇਹਨੂੰ ਹੰਗਾਰਾ ਮਿਲਿਆ ਕਿਸਾਨੀ ਸੰਘਰਸ਼ ਨੂੰ, ਉਹ ਬਹੁਤ ਹੀ ਹਰ ਇੱਕ ਬੰਦੇ ਨੇ ਇਹਦੇ ਵਿੱਚ ਯੋਗਦਾਨ ਪਾਇਆ, ਚਾਹੇ ਕੋਈ ਭੈਣ ਆ, ਚਾਹੇ ਕੋਈ ਨੌਜਵਾਨ ਆ, ਚਾਹੇ ਕੋਈ ਬਜ਼ੁਰਗ ਆ। ਇਹਦੇ ਜਿਹੜੀਆਂ ਗੱਲਾਂ ਤੁਸੀਂ ਦੱਸੀਆਂ ਨੇ, ਇਹਦੇ ਵਿੱਚ ਦੇਖੋ ਜੀ, ਜੇ ਉਹ ਕਹਿੰਦੇ ਸੀ ਇੱਥੇ ਲੰਗਰ ਲੱਗਾ ਜੀ, ਇਹ ਤਾਂ ਫੰਡਿੰਗ ਆ ਰਹੀ ਆ। ਇਹ ਬਾਬੇ ਨਾਨਕ ਦਾ ਲੰਗਰ ਆ, ਇਹਨੂੰ ਕਿਸੇ ਤਰ੍ਹਾਂ ਵੀ ਦਾ ਰੂਪ ਇਹਨਾਂ ਨੇ ਦਿੱਤਾ। ਪਰ ਅਸੀਂ ਜਿਹੜੇ ਸਾਡੇ ਸੂਝਵਾਨ ਉੱਥੇ ਜਥੇਬੰਦੀਆਂ ਬੈਠੀਆਂ ਨੇ ਕਿਸਾਨੀ, ਸਾਡੇ ਸੂਝਵਾਨ ਉੱਥੇ ਬੈਠੇ ਨੇ ਲੀਡਰ, ਉਹ ਬਿਲਕੁਲ ਬੜੇ ਸੂਝਬੂਝ ਨਾਲ ਹੁਣ ਤੱਕ ਬੈਠੇ ਨੇ। ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੂੰ ਦੇ ਹੁਕਮ ਮੁਤਾਬਕ ਅਸੀਂ ਇੱਥੇ ਆਪਣਾ ਟੂਲ ਪਲਾਜ਼ਿਆਂ ਤੇ ਜਿੱਦਾਂ ਪੰਜਾਬ ਦੇ ਵਿੱਚ ਮੈਸੇਜ ਦਿੰਦੇ ਸੀਗੇ, ਅਸੀਂ ਉਹਨਾਂ ਦਾ ঋਣੀ ਆ। ਕਿਉਂ ਉਹਨਾਂ ਨੇ ਆਪਣਾ ਘਰ-ਬਾਰ ਛੱਡ ਕੇ ਟੂਲ ਪਲਾਜ਼ਿਆਂ ਤੇ ਸਾਡੀ ਜਥੇਬੰਦੀਆਂ ਬੈਠੀਆਂ ਨੇ। ਅਸੀਂ ਗਾਂ ਵਾਸਤੇ ਜੋ ਵੀ ਉਹਨਾਂ ਦਾ ਫੈਸਲਾ ਹੁੰਦਾ ਉਹਨਾਂ ਮੁਤਾਬਕ ਚੱਲ ਰਿਹਾ। ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ, ਪੰਜਾਬੀਆਂ ਨੇ ਔਰ ਸਾਰਿਆਂ ਨੇ ਇੰਨਾ ਯੋਗਦਾਨ ਪਾਇਆ। ਔਰ ਦੇਸ਼ ਦੇ ਵਿੱਚ ਜਿਨ੍ਹਾਂ ਦੇ ਪਰਿਵਾਰ ਵਿਛੜ ਗਏ ਨੇ, ਉਹਨਾਂ ਦਾ ਚਾਹੇ ਬਜ਼ੁਰਗ ਆ, ਕਿਸੇ ਮਾਂ ਦਾ ਬਾਪ ਆ, ਕਿਸੇ ਦਾ ਭਾਈ ਆ, ਕਿਸੇ ਦਾ ਬੇਟਾ ਵਾ, ਅਸੀਂ ਸਰਕਾਰ ਸੂਬਾ ਹੋਵੇ ਚਾਹੇ ਸੈਂਟਰ ਸਰਕਾਰ ਹੋਵੇ, ਅਸੀਂ ਇਹ ਗੱਲ ਬੇਨਤੀ ਜ਼ਰੂਰ ਕਰਾਂਗੇ ਵੀ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਨੌਕਰੀ ਜ਼ਰੂਰ ਮਿਲਣੀ ਚਾਹੀਦੀ ਆ। ਦੇਖੋ ਗੁਜ਼ਾਰਾ ਗੱਲਾਂ ਨਾਲ ਤਾਂ ਬਹੁਤ ਹੋ ਜਾਂਦਾ, ਲੇਕਿਨ ਜਿੱਥੇ ਪੈਸੇ ਨੇ ਕੰਮ ਕਰਨਾ ਉੱਥੇ ਪੈਸੇ ਨੇ ਕੰਮ ਕਰਨਾ। ਇਹ ਸਾਡੀ ਜ਼ਰੂਰ ਬੇਨਤੀ ਆ ਵੀ ਜਿਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਤੇ ਇਹਨਾਂ ਦੇ ਪਹਾੜ ਟੁੱਟੇ ਆ, ਉਹਨਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਸਰਕਾਰਾਂ ਨੂੰ ਮੁੱਖ ਰੱਖ ਕੇ ਇਹਨਾਂ ਨੂੰ ਫੈਸਲਿਆਂ ਨੂੰ, ਤੇ ਇਹਨਾਂ ਦੇ ਪਰਿਵਾਰਾਂ ਨੂੰ ਜ਼ਰੂਰ ਨੌਕਰੀਆਂ ਦੇਣੀਆਂ ਚਾਹੀਦੀਆਂ ਨੇ, ਜੋ ਕਿ ਪਰਿਵਾਰ ਪਿੱਛੇ ਬੱਚਿਆਂ ਦਾ ਪਾਲ ਪੋਸ਼ਣ ਕਰ ਸਕਣ। ਇਸ ਕਰਕੇ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਇਹਨਾਂ ਨੇ ਅੱਜ ਅਸੈਂਬਲੀ ਦੇ ਵਿੱਚ ਜਾਂ ਰਾਜ ਸਭਾ ਦੇ ਵਿੱਚ ਮੋਹਰਾਂ ਲਾਈਆਂ ਨੇ, ਜੋ ਸਾਡੇ ਕਾਨੂੰਨ ਕਿਸਾਨਾਂ ਨੂੰ ਮੁੱਖ ਰੱਖ ਕੇ ਫੈਸਲਾ ਲਿਆ। ਅਸੀਂ ਇਸ ਕਰਕੇ ਸਾਰੀ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ਵੀ ਜੇ ਸਾਡਾ ਇੰਨਾ ਨੁਕਸਾਨ ਹੋਣ ਦੇ ਬਾਵਜੂਦ, ਨੁਕਸਾਨ ਤਾਂ ਸਾਡਾ ਬਹੁਤ ਆ ਜੀ, ਇਹਦੀ ਭਰਵਾਈ ਕਦੇ ਹੋ ਨਹੀਂ ਸਕਦੀ, ਪਰ ਫਿਰ ਵੀ ਅਸੀਂ ਇਹ ਸੋਚਦੇ ਹਾਂ ਵੀ ਇਸ ਦੀਆਂ ਕੁਰਬਾਨੀਆਂ ਕਦੇ ਪੰਜਾਬੀ ਦਿੰਦੇ ਆ, ਚਾਹੇ ਪੰਜਾਬ ਬਾਰਡਰ ਹੋਵੇ ਚਾਹੇ ਕੋਈ ਵੀ ਜਗ੍ਹਾ ਹੋਵੇ, ਇਹ ਪੰਜਾਬੀ ਹਮੇਸ਼ਾ ਹੀ ਕੁਰਬਾਨੀਆਂ ਨੂੰ ਮੋਹਰੇ ਹੁੰਦੇ ਨੇ ਤੇ ਹੁਣ ਤੱਕ ਦਿੰਦੇ ਰਹੇ ਨੇ ਤੇ ਗਾਂ ਦਿੰਦੇ ਰਹਿਣਗੇ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਸ ਜੋ ਲੋਕਾਂ ਨੂੰ ਆਪਣੇ ਆਪਣੇ ਘਰਾਂ ਵਿੱਚ ਆਉਣ ਦਾ ਸਮਾਂ ਮਿਲਿਆ। ਕਿਉਂ ਆਪਣੇ ਟੂਲ ਪਲਾਜ਼ਿਆਂ ਤੋਂ ਜਾਂ ਦਿੱਲੀ ਬੈਠੇ ਆ ਭੈਣ ਭਰਾ, ਸਾਰੇ ਆਪਣੇ ਘਰਾਂ ਨੂੰ ਆਉਣਗੇ। ਸਾਡਾ ਜਿੰਨੇ ਸੀਨੀਅਰ ਬੰਦੇ ਸਾਡੇ ਬੋਲ ਕੇ ਗਏ ਨੇ, ਅਸੀਂ ਇਹਨਾਂ ਦੇ ਬੱਚੇ ਆ, ਇਹ ਸਾਡੇ ਤੋਂ ਬਹੁਤ ਸੀਨੀਅਰ ਨੇ, ਅਸੀਂ ਛੋਟੇ ਛੋਟੇ ਕਿਸਾਨ ਆ। ਮੈਂ ਧੰਨਵਾਦ ਕਰਦਾ ਸਾਰੇ ਕਿਸਾਨ ਮਜ਼ਦੂਰ ਏਕਤਾ
ਅਸੀਂ ਸਾਡੇ ਪ੍ਰਧਾਨ ਨੇ ਦੀਪ ਸਿੰਘ ਜੀ ਹਾਂਜੀ ਹਾਂਜੀ ਬਜ਼ੁਰਗੋ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਅੱਜ ਤੁਸੀਂ ਟੋਲ ਪਲਾਜ਼ਾ ਤੇ ਖੜੇ ਹੋ, ਅੱਜ ਕਿੰਨੀ ਖੁਸ਼ੀ ਦੀ ਗੱਲ ਹੈ। ਬਹੁਤ ਸਾਰਾ ਖੁਸ਼ੀ ਦੀ ਗੱਲ ਆ ਜੀ, ਦੱਸ ਨਹੀਂ ਸਕਦੇ ਕਿੰਨੀ ਖੁਸ਼ੀ ਸਾਡੇ ਦਿਲ ਦੇ ਉੱਪਰ ਆ ਰਹੀ ਹੈ। ਦੱਸਣਯੋਗ ਨਹੀਂ, ਇੰਨਾ ਖੁਸ਼ੀ ਹੋ ਰਹੀ ਹੈ ਕਿ ਜਿਹੜਾ ਇਹ ਹਨੇਰੀ ਆਈ ਸੀ ਸਾਰੇ ਦੇਸ਼ ਦੇ ਉੱਤੇ, ਇਹ ਸਾਰੀ ਜਿੱਦਾਂ ਉੱਡ ਗਈ ਇੱਕ ਪਾਸੇ। ਅਸੀਂ ਇੰਨੇ ਮਸ਼ਹੂਰ ਆ ਗਏ, ਅਸੀਂ ਇਹ ਖੁਸ਼ੀ ਨੂੰ ਦੱਸ ਨਹੀਂ ਸਕਦੇ। ਹਾਂਜੀ, ਤੇ ਮੈਂ ਇਸ ਖੁਸ਼ੀ ਨੂੰ ਮੁੱਖ ਰੱਖਦਾ ਹੋਇਆ ਸਾਰੇ ਦੇਸ਼ ਨੂੰ ਵਧਾਈ ਦਿੰਦਾ ਹਾਂ। ਇਹ ਵਧਾਈਆਂ ਜਿਹੜੀਆਂ ਇਹ ਲੇਟ ਕਿਉਂ ਹੋ ਗਈਆਂ? ਕਹਿੰਦੇ ਦੇਰ ਆਏ ਦਰੁਸਤ ਆਏ, ਪਰ ਵਧਾਈ ਮਿਲ ਗਈ ਅੱਜ ਤੁਹਾਨੂੰ। ਹਾਂਜੀ, ਸਾਨੂੰ ਮਿਲ ਗਈਆਂ ਵਧਾਈਆਂ, ਸਾਰੇ ਆਪਾਂ ਸਾਰੇ ਤੁਹਾਨੂੰ ਵੀ ਵਧਾਈਆਂ ਸਾਡੇ ਵੱਲੋਂ। ਹਾਂਜੀ, ਤੇ ਫਿਰ ਤੁਹਾਨੂੰ ਪਤਾ ਸਰਕਾਰਾਂ ਅੜਦੀਆਂ ਹੀ ਹੁੰਦੀਆਂ, ਫਿਰ ਛੇਤੀ ਨਹੀਂ ਹੁੰਦੀਆਂ ਸਰਕਾਰਾਂ, ਉਦੋਂ ਹੀ ਦਰਦੀਆਂ ਜੋ ਸਾਰਾ ਦੇਸ਼ ਇੱਕ ਬਣੇ ਹੋਏ ਹੁੰਦਾ। ਸਾਰੇ ਕਹਿੰਦੇ ਸੀ ਬੜਾ ਅੜੀਅਲ ਰਵੱਈਆ ਪ੍ਰਧਾਨ ਮੰਤਰੀ ਦਾ, ਫਿਰ ਕਿਸੇ ਤਰੀਕੇ ਨਾਲ ਤਾਂ ਮਾਫੀ ਮੰਗ ਕੇ ਕਹਿੰਦੇ ਸਾਡੇ ਕੁਝ ਜਿਹੜੇ ਕਿਸਾਨ ਸੀਗੇ ਉਹਨਾਂ ਨੂੰ ਨਹੀਂ ਸਮਝਾ ਸਕੇ। ਹਾਂਜੀ ਹਾਂਜੀ, ਉਹਨਾਂ ਬਹੁਤ ਕੁਝ ਕਿਹਾ, ਉਹ ਤਾਂ ਬਹੁਤ ਕੁਝ ਆ ਉਦੋਂ ਤਾਂ, ਇਹ ਅੱਤਵਾਦੀ ਹੈ, ਮੋਹਵਾਦੀ ਹੈ, ਫਲਾਣ ਕੁਝ ਬਹੁਤ ਕੁਝ ਕਿਹਾ ਉਹਨਾਂ ਨੇ, ਪਰ ਅਖੀਰ ਫਿਰ ਉਹਨਾਂ ਨੂੰ ਫਿਰ ਦੂਸਰੇ ਬੰਨੇ ਸੋਚਣਾ ਪਿਆ ਹੈ। ਇਸ ਗੱਲ ਨੂੰ ਮੈਂ ਮੁੱਖ ਰਿਹਾ ਗਿਆਨੀ ਗੁਰਮੇਜ ਸਿੰਘ ਪਿੰਡ ਆਲੋਵਾਲ ਸਾਰੀ ਜਨਤਾ ਨੂੰ ਵਧਾਈ ਦਿੰਦਾ ਹਾਂ ਜੀ। ਲਓ ਜੀ, ਵਧਾਈਆਂ ਦੇ ਰਹੇ ਨੇ। ਮੈਂ ਫਿਰ ਇੱਕ ਵਾਰੀ ਕਾਮਰੇਡ ਸਾਹਿਬ ਕੋਲ ਜਾਣਾ। ਸਵਰ ਜੀ, ਹੁਣ ਲੋਕੀ ਇਹ ਸੋਚ ਰਹੇ ਨੇ ਵੀ ਸ਼ਾਇਦ ਕਿਸਾਨੀ ਅੰਦੋਲਨ ਅੱਜ ਕੱਲ੍ਹ ਜੀ ਜਿਹੜੀ ਮੀਟਿੰਗ ਹੋਣ ਵਾਲੀ ਹੈ ਉਹਦੇ ਵਿੱਚ ਸ਼ਾਇਦ ਐਲਾਨ ਹੋ ਜਾਏ ਵੀ ਸਾਰੇ ਲੋਕ ਆਪਣੇ ਘਰੋਂ ਘਰ ਹੀ ਜਾਏ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਹੀ ਕਹਿਤਾ, ਜਦੋਂ ਮੈਂ ਸਾਰੇ ਦੇਸ਼ 'ਚ ਸੰਬੋਧਨ ਕਰ ਰਿਹਾ, ਸਾਹਮਣੇ ਨੂੰ ਲਾਈਵ ਹੋ ਕੇ ਗੱਲ ਕਰ ਰਿਹਾ ਵੀ ਮੇਰਾ ਵਿਸ਼ਵਾਸ ਰੱਖੋ। ਉਹਨਾਂ ਨੇ ਅੱਜ ਵਿਸ਼ਵਾਸ ਉਹ ਕਾਇਮ ਹੋਇਆ। ਅੱਜ ਤੁਹਾਡੇ ਦੋਨੇ ਹੀ ਸਦਨਾਂ ਦੇ ਵਿੱਚ ਬਿੱਲ ਜਿਹੜਾ ਹੈ ਵਾਪਸ ਹੋ ਗਿਆ। ਤੇ ਕੀ ਵਾਕਈ ਤੁਸੀਂ ਹੁਣ ਟੋਲ ਪਲਾਜ਼ਾ ਤੇ ਹੋਰ ਜਿੰਨੇ ਵੀ ਸਾਰੇ ਪੰਜਾਬ ਤੇ ਆਪਾਂ ਧਰਨੇ ਦਿੱਤੇ ਸੀਗੇ, ਇਹ ਵੀ ਹੁਣ ਕਦੋਂ ਛੱਡੋਗੇ? ਕੋਈ ਆਈਡੀਆ ਹੈ? ਕੋਈ ਦੱਸੋ ਦਰਸ਼ਕਾਂ ਨੂੰ। ਦਰਅਸਲ ਇਹ ਆ ਵੀ ਅਸੀਂ ਜਿਹੜੀ ਸਾਡੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੈ ਉਹ 4 ਦਸੰਬਰ ਨੂੰ, ਉਹ 4 ਦਸੰਬਰ ਵਾਲੀ ਮੀਟਿੰਗ ਨੇ ਹੀ ਫੈਸਲਾ ਕਰਨਾ ਕਿ ਅਸੀਂ ਕੀ ਕਰਨਾ, ਆਇਆ ਹੋਰ ਟਿਕੜੇ ਰਹਿਣਾ ਜਾਂ ਕੋਈ ਹੋਰ ਗੱਲ ਬਕਾਇਆ ਰਹਿੰਦੀ ਹੈ। ਉਹ 4 ਤਰੀਕ ਤੱਕ ਸਰਕਾਰ ਕੀ ਕਰਦੀ ਹੈ, ਇਹ ਸਾਰੀਆਂ ਗੱਲਾਂ ਸਾਹਮਣੇ ਆਉਣੀਆਂ। ਅਸੀਂ 4 ਤਰੀਕ ਤੱਕ ਅਜੇ ਕੁਝ ਨਹੀਂ ਕਹਿ ਸਕਦੇ, ਲੇਕਿਨ ਅਸੀਂ ਡਟੇ ਹੋਏ ਹਾਂ, ਕਿਉਂਕਿ ਸਾਨੂੰ ਤਾਂ ਇਸ ਗੱਲ ਦਾ ਮਾਣ ਹੈ ਕਿ ਉੱਥੇ 1 ਸਾਲ ਹੋਇਆ, ਸਾਨੂੰ 1.25 ਸਾਲ ਹੋਇਆ। ਇਹ ਟੂਲ ਪਲਾਜ਼ੇ ਤੇ ਬੈਠਣ ਨੂੰ ਸਵਾ ਸਾਲ ਹੋਇਆ। ਪਹਿਲੀ ਅਕਤੂਬਰ ਦੇ ਇੱਥੇ ਬੈਠੇ, ਉੱਥੇ ਨਵੰਬਰ ਨੂੰ ਗਏ ਹਾਂ। ਇਸ ਕਰਕੇ ਉੱਥੇ 26 ਨਵੰਬਰ ਨੂੰ ਗਏ ਹਾਂ। ਇੱਥੇ ਇੱਕ ਤੋਂ ਜਿਹੜਾ ਰੇਲ ਰੋਕੀ ਸੀ 1 ਅਕਤੂਬਰ ਨੂੰ, ਆ ਜਿਹੜਾ ਟੋਲ ਪਲਾਜ਼ਾ ਨਾ 7 ਅਕਤੂਬਰ ਨੂੰ ਰੋਕਿਆ ਸੀ। ਇਸ ਕਰਕੇ ਸਾਨੂੰ 1.25 ਸਾਲ ਹੋ ਗਿਆ, ਉਹਨਾਂ ਨੂੰ 1 ਸਾਲ ਹੋ ਗਿਆ। ਇਸ ਕਰਕੇ ਜਿੱਥੇ ਸਾਨੂੰ 1.25 ਸਾਲ ਹੋ ਗਿਆ, ਹੋਰ 4 ਦਿਨ ਦੇਖ ਲੈਂਦੇ ਆ। ਕਾਮਰੇਡ ਸਾਹਿਬ, ਲੋਕੀ ਤਾਂ ਕਹਿੰਦੇ 4 ਦਿਨ ਨਹੀਂ, ਤੁਸੀਂ ਹੋਰ ਚਲਾਓ 4 ਸਾਲ, ਕਿਉਂਕਿ ਲੋਕਾਂ ਨੂੰ ਫਾਇਦਾ ਹੀ ਬਹੁਤ ਹੈ। ਲੋਕੀ ਕਹਿੰਦੇ ਸਾਡਾ ਫਾਇਦਾ, ਸਾਡੇ ਤਾਂ 500 ਰੁਪਈਆ ਦਿੱਲੀ ਦਾ ਬਚਦਾ, ਇੱਧਰ ਜਲੰਧਰ ਜਾਓ ਤਾਂ 200 ਰੁਪਏ ਬਚ ਜਾਂਦਾ, ਉਹ ਤਾਂ ਫਾਇਦਾ ਬਹੁਤ ਹੈ। ਤੁਸੀਂ ਹੋਰ ਕੋਈ ਮਸਲਾ ਰੱਖਦੇ ਹੋ ਨਾ ਜਦੋਂ ਮੋਦੀ ਸਾਹਿਬ ਮੰਨਣ ਨਾ ਹੋਰ ਲੰਬਾ ਹੋ ਜਾਏ। ਇਹ ਗੱਲ ਹੈ ਕਿ ਜ਼ਿੰਦਗੀ ਦੇ ਵਿੱਚ ਸੰਘਰਸ਼ ਤਾਂ ਕਦੇ ਖਤਮ ਨਹੀਂ ਹੁੰਦਾ। ਜੋ ਇਹ ਸਰਕਾਰ ਦੀਆਂ ਪਾਲਿਸੀਆਂ ਲੱਗਦਾ ਹੈ ਕਿ ਸੰਘਰਸ਼ ਖਤਮ ਨਹੀਂ ਹੁੰਦਾ, ਕਿਉਂਕਿ ਇਹ ਸੰਘਰਸ਼ ਖਤਮ ਹੋ ਗਿਆ, ਉਹ ਤੋਂ ਬਾਅਦ ਹੋਰ ਕੋਈ ਮਸਲਾ ਹੋ ਜਾਏਗਾ। ਇਸ ਕਰਕੇ ਅਸੀਂ ਕਿਸਾਨ ਜਿਹੜੀਆਂ 32 ਕਿਸਾਨ ਜਥੇਬੰਦੀਆਂ, ਉਹਨਾਂ ਨੇ ਇੱਕ ਫੈਸਲਾ ਕਰ ਲਿਆ ਕਿ ਅਸੀਂ ਇਕੱਠੇ ਰਹਿਣਾ। ਜੋ ਵੀ ਦੇਸ਼ ਦੇ ਵਿੱਚ ਕੋਈ ਸਮੱਸਿਆ ਜਾਂ ਕਿਸਾਨਾਂ ਦੀ ਜਾਂ ਹੋਰ ਹੋਵੇ, ਚਾਹੇ ਮਜ਼ਦੂਰ ਦੀ ਸਮੱਸਿਆ ਵੀ ਹੋਵੇ, ਉਹਦੇ ਵੀ ਅਸੀਂ ਇਕੱਠੇ ਹੋ ਕੇ ਲੜਨਾ। ਔਰ ਕਿਸਾਨ ਜਥੇਬੰਦੀਆਂ ਨੇ ਇਹ ਵੀ ਫੈਸਲਾ ਕਰ ਲਿਆ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਨਾ ਇਸ ਕਿਸਾਨ ਅੰਦੋਲਨ ਨੂੰ ਪੋਲੀਟੀਕਲਾਈਜ਼ ਨਹੀਂ ਕਰਨਾ। ਮੈਂ ਉੱਥੇ ਆ ਰਿਹਾ ਸੀ ਕਿ ਹੁਣ ਦੁਬਾਰਾ ਜਦੋਂ ਚੁਣਨੀ ਸਾਹਿਬ ਵੀ ਕਹਿ ਰਹੇ ਜੀ ਅਸੀਂ 117 ਸੀਟਾਂ ਤੇ ਇਲੈਕਸ਼ਨ ਲੜਾਂਗੇ, ਹਾਂਜੀ, ਕੀ ਵਾਕਈ ਕਿਸਾਨ ਦੇ ਜਿਹੜੇ ਆਗੂ ਆ ਉਹ ਦੁਬਾਰਾ ਪੰਜਾਬ ਜਿੱਦਾਂ 5 ਸਟੇਟਾਂ ਦੇ ਵਿੱਚ ਇਲੈਕਸ਼ਨ ਆ ਰਹੇ ਨੇ, ਕਿ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜੀ ਜਿੱਤ ਪ੍ਰਾਪਤ ਹੋਈ ਆ, ਕਿ ਵਾਕਈ ਤੁਸੀਂ ਕਿਸਾਨ ਜਥੇਬੰਦੀਆਂ ਪੋਲੀਟੀਕਲ ਕੋਈ ਆਪਣੀ ਪਾਰਟੀ ਬਣਾ ਕੇ ਲੜੋਗੇ? ਕੋਈ ਆਈਡੀਆ ਹੈ? ਅਜੇ ਕੋਈ ਇਹੋ ਜਿਹੀ ਗੱਲ ਨਹੀਂ ਕਿ ਕਿਸਾਨ ਜਥੇਬੰਦੀਆਂ ਕੋਈ ਆਪਣੀ ਪੋਲੀਟੀਕਲ ਪਾਰਟੀ ਬਣਾ ਕੇ ਲੜਨਗੇ, ਕਿਉਂਕਿ ਕਿਸਾਨ ਜਥੇਬੰਦੀਆਂ ਦਾ ਅਜੇ ਤੱਕ ਪੱਕਾ ਫੈਸਲਾ ਹੈ ਕਿ ਅਸੀਂ ਇਸ ਅੰਦੋਲਨ ਨੂੰ ਪੋਲੀਟੀਕਲਾਈਜ਼ ਨਹੀਂ ਕਰਨਾ। ਬਾਕੀ ਚੁੜਨੀ ਸਾਹਿਬ ਦੀ ਜਿਹੜੀ ਗੱਲ ਹੈ, ਉਹ ਹਰਿਆਣੇ ਦੇ ਲੀਡਰ ਹੈ, ਪੰਜਾਬ ਦੇ ਵਿੱਚ ਆ ਕੇ ਕਿੰਨੀ ਕੁ ਆਪਣੀ ਮੱਲ ਮਾਰ ਲੈਣਗੇ, ਕਿੰਨਾ ਕੁ ਕਰਨਗੇ, ਅਸੀਂ ਇਹ ਸਮਝਦੇ ਪਏ ਜੋ ਕੋਈ ਇੱਦਾਂ ਦੀ ਕਰਨਗੇ ਤੇ ਕਿਸਾਨ ਅੰਦੋਲਨ ਦੀ ਜਿਹੜੀ ਏਕਤਾ ਸ਼ਾਇਦ ਉਹਨੂੰ ਥੋੜ੍ਹੀ ਜਿਹੀ ਏਕਤਾ ਵਿੱਚ ਢਾਹ ਤਾਂ ਨਾ ਲਾ ਸਕਣੇ, ਏਕਤਾ ਦੇ ਵਿੱਚ ਥੋੜ੍ਹੀ ਬਹੁਤ ਦਰਾੜ ਮਾੜੀ ਮੋਟੀ ਪੈ ਸਕਦੀ, ਲੇਕਿਨ ਇਹ ਹੋ ਨਹੀਂ ਸਕਣਾ। ਔਰ ਮੇਰਾ ਖਿਆਲ ਹੈ ਵੀ ਚੁੜਨੀ ਸਾਹਿਬ ਮੰਨ ਜਾਣਗੇ, ਕਿਉਂਕਿ ਚੁੜਨੀ ਸਾਹਿਬ ਨੇ ਅੱਜ ਪਹਿਲੀ ਵਾਰੀ ਥੋੜ੍ਹੀ ਹੈ, ਚੁੜਨੀ ਸਾਹਿਬ ਨੇ ਕਈ ਵਾਰੀ ਇੱਦਾਂ ਦੀਆਂ ਗੱਲਾਂ ਕੀਤੀਆਂ
ਟੂਡੀਨੀ ਸਾਹਿਬ ਨੂੰ ਤੁਹਾਨੂੰ ਪਤਾ ਕਿਸਾਨ ਜਥੇਬੰਦੀਆਂ ਵਿੱਚੋਂ 4 ਵਾਰੀ ਤਾਂ ਉਹਨੂੰ ਬਾਹਰ ਕੱਢਿਆ, ਮੁੜ ਕੇ ਫੇਰ ਲੈ ਲੈਂਦੇ ਕਿ ਇਸ ਕਰਕੇ ਮੇਰਾ ਖਿਆਲ ਹੈ ਵੀ ਟੂਡੀਨੀ ਸਾਹਿਬ ਅਕਲ ਕਰਨਗੇ ਔਰ ਅਕਲ ਤੋਂ ਕੰਮ ਲੈਣਗੇ, ਕਿਸਾਨ ਜਥੇਬੰਦੀਆਂ ਦੇ ਨਾਲ ਰਲ ਕੇ ਚੱਲਣਗੇ, ਪੰਜਾਬ ਦੇ ਵਿੱਚ ਇਹੋ ਜਿਹੀ ਪੋਲੀਟੀਕਲ ਪਾਰਟੀ ਨਹੀਂ ਚਲਾਉਣਗੇ। ਮੈਂ ਇੱਕ ਲਾਸਟ ਪ੍ਰਿਤਪਾਲ ਸਿੰਘ, ਪੰਜਾਬ ਦੇ ਅੰਦਰ ਲੱਗਦਾ ਵੀ ਪੋਲੀਟੀਕਲ ਪਾਰਟੀ ਜਿਹੜੀ ਨਹੀਂ ਖੜੀ ਕਰਨਗੇ ਕਿਸਾਨ, ਪਰ ਲੇਕਿਨ ਕਿਸਾਨ ਹੈ ਹਰ ਪੋਲੀਟੀਕਲ ਪਾਰਟੀ ਨਾਲ ਜੁੜਿਆ ਹੋਇਆ, ਕਿ ਉਦੋਂ ਜੁੜਿਆ ਰਹੂਗਾ ਕਿ ਕਿਸਾਨ ਇਕਜੁੱਟ ਹੋ ਕੇ ਕਿਸੇ ਇੱਕ ਪਾਰਟੀ ਨੂੰ ਸਮਰਥਨ ਕਰੇਗਾ? ਕੋਈ ਆਈਡੀਆ ਨਹੀਂ ਜੀ, ਜਿਹੜਾ ਕਿਸਾਨ ਆ ਇਸ ਵੇਲੇ ਸਾਰੀਆਂ ਗੱਲਾਂ ਤੋਂ ਉੱਪਰ ਉੱਠ ਕੇ ਜਿਸ ਤਰ੍ਹਾਂ ਨੇ ਮਤਲਬ ਆਪਣੀ ਸਮਝਦਾਰੀ ਦਾ ਸਬੂਤ ਦਿੱਤਾ, ਅਸੀਂ ਪਿੰਡਾਂ ਵਿੱਚ ਹੀ ਰਹਿੰਦੇ ਆ, ਕੋਈ ਗੱਲ ਨਹੀਂ ਇਹੋ ਜਿਹੀ ਕਿਸਾਨੀ ਨੂੰ ਹੀ ਮੱਦੇ ਨਜ਼ਰ ਰੱਖਦੇ ਹੋਏ ਕੋਈ ਪੋਲੀਟੀਕਲ ਪਾਰਟੀ ਦੇ ਨਾਲ ਕੋਈ ਇਸ ਤਰ੍ਹਾਂ ਨਹੀਂਗਾ ਵੀ ਜਿਹੜੇ ਕੋਈ ਵੱਜੇ ਆ, ਕੋਈ ਵੱਡੇ ਵਰਕਰ ਆ, ਕੋਈ ਅਹੁਦੇਦਾਰ ਆ, ਉਹ ਰਹਿ ਜਾਣਗੇ। ਜਿਹੜਾ ਜਨ ਸਮੂਹ ਆ ਉਹ ਬਿਲਕੁਲ ਇਹਨਾਂ ਦਾ ਸਾਥ ਨਹੀਂ ਦੇਊਗਾ ਕਿਸੇ ਵੀ ਪੋਲੀਟੀਕਲ ਪਾਰਟੀ ਦਾ। ਜੋ ਵੀ ਕਿਸਾਨ ਮੋਰਚੇ ਵੱਲੋਂ ਸਾਡੇ ਵੱਲੋਂ ਆਦੇਸ਼ ਹੋਊਗਾ ਉਹਦੇ ਮੁਤਾਬਕ ਲੋਕ ਚੱਲਣ ਨੂੰ ਤਿਆਰ ਹੈ, ਪਿੰਡਾਂ ਵਿੱਚ ਐਨ ਤਿਆਰ ਤੋਂ ਤਿਆਰ ਬੈਠੇ ਆ। ਦੇਖੋ ਇੱਕ ਬਹੁਤ ਸਪਸ਼ਟ ਗੱਲ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਜੀ ਪੰਥਕ ਪਾਰਟੀ ਅਸੀਂ ਕਿਸਾਨਾਂ ਨਾਲ ਜੋੜੀਆਂ, ਅਸੀਂ ਸਭ ਤੋਂ ਪਹਿਲਾਂ ਕਿਸਾਨਾਂ ਨੂੰ ਸਹੂਲਤਾਂ ਦਿੰਦੇ ਰਹੇ ਹਾਂ, ਬਿਜਲੀ ਮਾਫ ਅਸੀਂ ਕੀਤੀ, ਮੋਟਰਾਂ ਫਰੀ ਅਸੀਂ ਕੀਤੀਆਂ। ਇੱਦਾਂ ਹੀ ਕਾਂਗਰਸ ਕਹਿੰਦੀ ਆ ਅਸੀਂ ਫਾਇਦਾ ਦੇ ਰਹੇ ਹਾਂ। ਹੁਣ ਦੂਜੀਆਂ ਤੀਜੀਆਂ ਪਾਰਟੀਆਂ ਕੇਜਰੀਵਾਲ ਹੋਰ ਵੀ ਆ ਗਏ ਨੇ, ਔਰ ਬਾਕੀ ਰਹਿ ਗਈ ਤੁਹਾਡੀ ਮੇਨ ਭਾਰਤੀ ਜਨਤਾ ਪਾਰਟੀ, ਜਿਹੜਾ ਸੰਗਠਨ ਸੀ ਉਹ ਹੁਣ ਟੁੱਟ ਗਿਆ ਗਠਬੰਧਨ। ਤੇ ਇਹ ਤੁਸੀਂ ਕਿੱਦਾਂ ਦੇਖਦੇ ਹੋ ਇਸ ਵੇਲੇ ਆਉਣ ਵਾਲਾ ਜਿਹੜਾ ਚੁਣਾਵ ਆਪਣਾ ਮੁੱਢ ਤੇ ਪਿਆ, ਤੇ ਆਉਣ ਵਾਲਾ ਚੁਣਾਵ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ? ਸਰ ਅਸਾਂ ਇਸ ਤਰ੍ਹਾਂ ਹੈ ਵੀ ਇਹ ਸਿਆਸੀ ਰੋਟੀਆਂ ਸੇਕਦੇ ਆ। ਇਹ ਜਿੱਦਣ ਬਿੱਲ ਪੇਸ਼ ਹੋਏ ਸੀਗੇ, ਕਿਉਂ ਕਾਂਗਰਸ ਪਾਰਟੀ ਵਿੱਚ ਜਿੰਨੇ ਵੀ ਹੈਗੇ ਨੇ ਉਦਣੇ ਕਿੱਥੇ ਗਏ ਸੀ? ਅੱਜ ਕਹਿੰਦੇ ਹੰਗਾਮਾ ਕੀਤਾ ਇਹਨਾਂ ਨੇ ਵੀ ਉੱਥੇ ਇਹਨਾਂ ਤੇ ਬਹਿਸ ਹੋਣੀ ਚਾਹੀਦੀ ਆ। ਅੱਜ ਬਹਿਸ ਉੱਤੇ ਕਾਹਦੀ ਆ? ਇਹ ਸਰਬਸੰਮਤੀ ਨਾਲ ਪਾਸ ਹੋਣਾ ਚਾਹੀਦਾ ਸੀ। ਸਾਰੀਆਂ ਪਾਰਟੀਆਂ ਨੂੰ, ਪੋਲੀਟੀਕਲ ਪਾਰਟੀਆਂ ਨੂੰ ਇਹਦਾ ਸਾਥ ਦੇਣਾ ਚਾਹੀਦਾ। ਕਾਨੂੰਨ ਜਦੋਂ ਵਾਪਸ ਲੈਣ ਜਾ ਰਹੀ ਹੈ ਸਰਕਾਰ, ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੇ ਹੀ ਕਿਹਾ ਵੀ ਅੱਜ ਤੱਕ ਤੁਹਾਨੂੰ ਕੋਈ ਹੰਗਾਮੇ ਦਾ ਮਤਲਬ ਨਹੀਂ ਸੀ ਬਣਦਾ, ਕਿਸੇ ਦਾ ਵੀ ਨਹੀਂ, ਕਿਸੇ ਪੋਲੀਟੀਕਲ ਪਾਰਟੀ ਦਾ ਨਹੀਂ ਸੀ। ਗਲਤ ਕੀਤਾ, ਗਲਤ ਕਰ ਰਹੀਆਂ, ਜੋ ਵੀ ਕਰ ਰਹੀਆਂ ਇਹ ਰੋਟੀਆਂ ਸੇਕ ਰਹੇ ਆਪਣੇ। ਅੱਜ ਦੇ ਦਿਨ ਨਹੀਂ ਸੀ ਚਾਹੀਦਾ। ਰਾਜਨੀਤੀ ਕਰਦੇ ਆਏ, ਕਰਦੇ ਰਹਿਣਾ ਇਹਨਾਂ ਨੇ, ਇਹਨਾਂ ਨੂੰ ਕੋਈ ਰੋਕਦਾ ਨਹੀਂ, ਪਰ ਅੱਜ ਦਿਨ ਇਹ ਗੱਲ ਲੋਕਾਂ ਨੂੰ ਅੱਛੀ ਨਹੀਂ ਲੱਗੀ, ਇਹਨਾਂ ਲੋਕਾਂ ਨੂੰ, ਪੋਲੀਟੀਕਲ ਪਾਰਟੀਆਂ ਨੂੰ। ਮੈਂ ਇੱਕ ਲਾਸਟ ਤੁਹਾਨੂੰ ਪੁੱਛਣਾ ਕਿ ਵਾਕਈ ਕਿਸਾਨ ਯੂਨੀਅਨ ਕਿਸੇ ਇੱਕ ਪਾਰਟੀ ਦਾ ਸਮਰਥਨ ਕਰੂਗੀ ਆਉਣ ਵਾਲੇ ਸਮੇਂ 'ਚ? ਮੈਂ ਨਾਂ ਨਹੀਂ ਲੈਂਦਾ। ਨਹੀਂ, ਤੁਹਾਡੀ ਗੱਲ ਵੋਟ ਤਾਂ ਤੁਹਾਡੀ ਹੈਗੀ ਆ, ਤੁਹਾਡੇ ਪਰਿਵਾਰ ਦੀ, ਕਿਉਂਕਿ ਕਿਸਾਨ ਵੋਟ ਬੈਂਕ ਬਹੁਤ ਵੱਡਾ ਵੋਟ ਬੈਂਕ ਆ, ਇਸੇ ਕਰਕੇ ਸਾਰੇ ਡਿਸੀਜਨ ਬੜੇ ਸੋਚ ਸਮਝ ਕੇ ਹੁੰਦੇ ਆ। ਇਹ ਸਾਰੇ ਮੈਂ ਪਹਿਲਾਂ ਦੱਸ ਚੁੱਕਾ। ਪਹਿਲੀ ਗੱਲ ਇਹ ਕਿਸਾਨਾਂ ਨੇ ਇੱਕ ਗੱਲ ਆਖ ਦਿੱਤੀ, ਕਿਸਾਨ ਜਥੇਬੰਦੀਆਂ ਨੇ ਪੈਸੇ ਨੂੰ ਪੋਲੀਟੀਕਲਾਈਜ਼ ਨਹੀਂ ਕਰਨਾ। ਲੇਕਿਨ ਇੱਕ ਗੱਲ ਹੈ ਵੀ ਜਿਹੜੇ ਕਿਸਾਨ ਹੈ ਉਹ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਨਾਲ ਆਲਰੇਡੀ ਪਹਿਲਾਂ ਚੱਲਦੇ ਆ, ਲੇਕਿਨ ਉਹਦੇ ਨਾਲ ਕੋਈ ਵੋਟਿੰਗ ਕਰਦਾ ਤਾਂ ਸਾਨੂੰ ਕੋਈ ਵੀ ਨਹੀਂ। ਲੇਕਿਨ ਅਸੀਂ ਕਿਸਾਨੀ ਤੌਰ ਦੇ ਉੱਤੇ ਕਿਸੇ ਪਾਰਟੀ ਦਾ ਸਮਰਥਨ ਕਰਨ ਲਈ ਤਿਆਰ ਨਹੀਂ। ਬਹੁਤ ਮਿਹਰਬਾਨੀ। ਲਓ ਜੀ, ਇਹ ਸਨ ਜੀ ਟੋਲ ਪਲਾਜ਼ਾ ਤੇ ਖੜੇ ਕਿਸਾਨ ਆਗੂ, ਜਿਨ੍ਹਾਂ ਦਾ ਕਹਿਣਾ ਵੀ ਅਸੀਂ ਕਿਸਾਨੀ ਤੌਰ ਤੇ ਨਾ ਸਾਡੀ ਹਾਲੇ ਪੋਲੀਟੀਕਲ ਪਾਰਟੀ ਬਣੀ ਆ, ਤੇ ਨਾ ਹੀ ਅਸੀਂ ਕਿਸਾਨੀ ਤੌਰ ਤੇ ਇੱਕ ਹਜੇ ਜਦ ਤੱਕ ਸਾਡੇ ਨੇਤਾ ਨਹੀਂ ਕਹਿਣਗੇ ਵੀ ਇਸ ਪਾਰਟੀ ਦਾ ਸਮਰਥਨ ਕਰੋ ਤਦ ਤੱਕ ਅਸੀਂ ਨਹੀਂ ਕਰਾਂਗੇ। ਹਾਲਾਂਕਿ ਉਹਨਾਂ ਨੇ ਇਹ ਵੀ ਕਹਿ ਦਿੱਤਾ ਵੀ ਕਈ ਸਿਆਸੀ ਪਾਰਟੀਆਂ ਨਾਲ ਸਾਡੇ ਅਲੱਗ-ਅਲੱਗ ਕਿਸਾਨ ਜਥੇਬੰਦੀਆਂ ਜੁੜੀਆਂ ਹੋਈਆਂ, ਉਹ ਆਪਣੀ ਮਰਜ਼ੀ ਨਾਲ ਵੋਟ ਦੇ ਸਕਦੀਆਂ, ਪਰ ਦੇਖਣਾ ਹੋਊਗਾ ਕਿਉਂਕਿ ਕਿਸਾਨੀ ਵੋਟ ਬੈਂਕ ਬਹੁਤ ਵੱਡਾ ਵੋਟ ਬੈਂਕ ਆ। ਇਹ ਕਿੱਧਰ ਅਗਰ ਪੈਂਦਾ ਤੇ ਲਾਜ਼ਮੀ ਉਸ ਸਿਆਸੀ ਪਾਰਟੀ ਦੀ ਜਿੱਤ ਜਿਹੜੀ ਆ ਨਿਸ਼ਚਿਤ ਹੈ। ਹੁਣ ਦੇਖਣਾ ਹੋਊਗਾ ਕਿ ਇਸ ਵੇਲੇ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਇਹ ਸਿਆਸੀ ਕਾਰਡ ਖੇਲਿਆ, ਚੋਣਾਂ ਤੋਂ ਪਹਿਲਾਂ ਜਿਹੜਾ ਇਹ ਕਿਸਾਨਾਂ ਦੀ ਜਿੱਤ ਕਹੀ ਆ, ਲੇਕਿਨ ਆਪਣੀ ਉਹਨਾਂ ਨੇ ਹਮੇਸ਼ਾ ਹੀ ਇੱਕ ਮਾਫੀ ਤੌਰ ਤੇ ਮੰਗ ਕੇ ਕਿਸਾਨਾਂ ਨੂੰ ਇੱਕ ਰਾਹਤ ਦਿੱਤੀ ਆ, ਔਰ ਕਾਨੂੰਨੀ ਜਿਹੜੇ ਤਿੰਨੋਂ ਕਿਸਾਨੀ ਖੇਤੀ ਬਿੱਲ ਨੇ ਉਹ ਵਾਪਸ ਹੋ ਗਏ ਨੇ। ਅੱਜ ਸਿਰਫ ਤੇ ਸਿਰਫ ਰਾਸ਼ਟਰਪਤੀ ਦੇ ਸਾਈਨ ਹੋਣੇ ਹੁਣ ਬਾਕੀ ਰਹਿ ਗਏ ਨੇ। ਇਹ ਮੰਨਿਆ ਜਾ ਰਿਹਾ ਵੀ ਦੋਨੋਂ ਜਦੋਂ ਸਦਨਾਂ ਦੇ ਵਿੱਚ, ਲੋਕ ਸਭਾ ਦੇ ਸਦਨਾਂ ਦੇ ਵਿੱਚ, ਸਦਨ ਦੇ ਵਿੱਚ, ਰਾਜ ਸਭਾ ਦੇ ਸਦਨ ਵਿੱਚ ਜਦੋਂ ਇਹ ਖੇਤੀ ਬਿੱਲ ਕਾਨੂੰਨ ਵਾਪਸ ਹੋ ਗਏ ਨੇ, ਪਾਸ ਹੋ ਗਏ ਨੇ ਦੁਬਾਰਾ, ਤੇ ਰਾਸ਼ਟਰਪਤੀ ਜੀ ਵੀ ਮਹੋਦੈ ਇਹ 'ਤੇ ਮੋਹਰ ਲਾ ਦੇਣਗੇ ਤੇ ਕਿਸਾਨਾਂ ਨੂੰ ਇਹ ਰਾਹਤ ਮਿਲੇਗੀ। ਔਰ ਅੱਜ ਕਿਸਾਨ ਜਿਹੜਾ ਪੂਰੇ ਪੰਜਾਬ ਦਾ ਨਹੀਂ, ਪੂਰੇ ਹਿਮਾਚਲ ਦਾ ਨਹੀਂ, ਪੂਰੇ ਹਰਿਆਣਾ ਦਾ ਨਹੀਂ, ਪੂਰੇ ਯੂਪੀ ਦਾ ਨਹੀਂ, ਪੂਰੇ ਮਹਾਰਾਸ਼ਟਰ ਦਾ ਨਹੀਂ, ਪੂਰੇ ਦੇਸ਼ ਦਾ ਕਿਸਾਨ ਅੱਜ ਖੁਸ਼ ਆ। ਉਹ ਹਰ ਜਗ੍ਹਾ ਲੱਡੂ ਵੰਡੇ ਜਾ ਰਹੇ, ਔਰ ਇੱਕ ਕਿਸਮ ਦਾ ਧੰਨਵਾਦ ਵੀ ਕਰਦੇ ਨਜ਼ਰ ਆ ਰਹੇ ਅੱਜ ਕੇਂਦਰ ਸਰਕਾਰ ਦਾ ਵੀ ਤੁਸੀਂ ਧੰਨਵਾਦ ਆ, ਦੇਰ ਆਏ ਦਰੁਸਤ ਆਏ। ਆਉਣ ਵਾਲੇ ਸਮੇਂ 'ਚ ਦੇਖਣਾ ਹੋਊਗਾ ਵੀ ਹੁਣ ਚੁਣਾਵਾਂ ਦੇ ਵਿੱਚ ਕੀ ਭਾਰਤੀ ਜਨਤਾ ਪਾਰਟੀ ਨੂੰ ਇਹ ਕਿਸਾਨੀ ਬਿੱਲ ਜਿਹੜੇ ਤਿੰਨੋਂ ਰੱਦ ਕੀਤੇ ਗਏ ਨੇ ਇਹਦਾ ਫਾਇਦਾ ਮਿਲੂਗਾ ਕਿ ਨਹੀਂ ਮਿਲੂਗਾ। ਕੈਮਰਾਮੈਨ ਜਸਵਿੰਦਰ ਦੇ ਨਾਲ ਰਾਜੇਸ਼ ਮਹਿਰਾ, ਸਿਟੀ ਨਿਊਜ਼ ਲੁਧਿਆਣਾ।